मैं ਡੇਰਿਆਂ ਦੇ ਪੁਰਬ ਦੇ ਆਖਰੀ ਦਿਨ ਲਈ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੂੰ ਧੰਨਵਾਦ ਦਿੰਦਾ ਹਾਂ। 성례를 허락해 주신 하늘아버지 어머니께 감사를 드립니다. 오늘 이 ਮੈਨੂੰ ਉਮੀਦ ਹੈ ਕਿ ਸਾਡੇ ਸਾਰੇ ਸੀਓਨ ਮੈਂਬਰ ਪਵਿੱਤਰ ਆਤਮਾ ਦੀਆਂ ਭਰਪੂਰ ਆਸ਼ੀਸ਼ਾਂ ਪ੍ਰਾਪਤ ਕਰਨਗੇ। 모든 시온이 또 되기를 바라겠습니다. ਡੇਰਿਆਂ ਦਾ ਪੁਰਬ ਡੇਰੇ ਦੇ ਨਿਰਮਾਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 기념 행사의 그 절기라고 이렇게 보시면 되겠습니다. ਪਵਿੱਤਰ ਕੈਲੰਡਰ ਅਨੁਸਾਰ 7ਵੇਂ ਮਹੀਨੇ ਦੇ 10ਵੇਂ ਦਿਨ ਪਰਮੇਸ਼ਵਰ ਨੇ ਮੂਸਾ ਨੂੰ 10 ਹੁਕਮਾਂ ਦੀਆਂ ਦੂਜੀਆਂ ਫੱਟੀਆਂ ਦਿੱਤੀਆਂ। 두 번째 십계명을 받아 가지고 산 아래로 내려왔을 때가 성령 7월 10일이었습니다. ਉਸ ਸਮੇਂ ਪਰਮੇਸ਼ਵਰ ਨੇ ਮੂਸਾ ਨੂੰ 10 ਹੁਕਮਾਂ ਨੂੰ ਸੰਭਾਲਣ ਲਈ ਇੱਕ ਪਵਿੱਤਰ ਅਸਥਾਨ ਬਣਾਉਣ ਦਾ ਹੁਕਮ ਦਿੱਤਾ ਸੀ। 허락하신 십계명의 돌비를 보관할 성소를 짓도록끔 하나님께서 모세에게 그렇게 분부하셨습니다. ਇਹ ਡੇਰਿਆਂ ਦੇ ਪੁਰਬ ਦੀ ਸ਼ੁਰੂਆਤ ਹੈ। 절기가 바로 이 초막절이 되겠습니다. ਇਸ ਤਰ੍ਹਾਂ ਪਵਿੱਤਰ ਅਸਥਾਨ ਦਾ ਮਤਲਬ ਅਤੇ ਡੇਰਿਆਂ ਦੇ ਪੁਰਬ ਦਾ ਅਰਥ ਅਟੁੱਟ ਹੈ। 분리할 수 없는 의미를 또 갖고 있고요. ਇਹ ਪਵਿੱਤਰ ਅਸਥਾਨ ਦੇ ਨਿਰਮਾਣ ਦਾ ਪੂਰਾ ਹੋਣਾ ਸੀ ਜਿਸ ਨੇ ਪੁਰਬ ਦੇ ਅੰਤ ਦਾ ਸੰਕੇਤ ਦਿੱਤਾ। 이스라엘 민족들의 모든 그 절기는 이제 그것으로 끝이 났습니다. ਇਹ ਪਵਿੱਤਰ ਸਾਲ ਦਾ ਆਖਰੀ ਪੁਰਬ ਹੈ। 마지막 절기가 되겠습니다. ਇਸ ਤੱਥ ਦਾ ਇੱਕ ਬਹੁਤ ਮਹੱਤਵਪੂਰਨ ਅਰਥ ਹੈ ਕਿ ਪਰਮੇਸ਼ਵਰ ਨੇ ਇਸ ਪੁਰਬ ਤੇ ਪਵਿੱਤਰ ਆਤਮਾ ਦਾ ਵਾਅਦਾ ਕੀਤਾ ਸੀ। 여기에 아주 중요한 의미가 있습니다. ਸਾਨੂੰ ਪਵਿੱਤਰ ਸਥਾਨ ਦੇ ਮਾਮਲੇ ਨੂੰ ਸਮਝਣਾ ਚਾਹੀਦਾ ਹੈ। 이해하고 가셔야 되겠습니다. ਪਵਿੱਤਰ ਸਥਾਨ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਦੇ ਲੋਕ ਪਰਮੇਸ਼ਵਰ ਦੀ ਆਰਾਧਨਾ ਕਰਨ ਆਉਂਦੇ ਹਨ। ਬਾਹਰਲੇ ਕਮਰੇ ਨੂੰ ਪਵਿੱਤਰ ਸਥਾਨ ਅਤੇ ਅੰਦਰਲੇ ਕਮਰੇ ਨੂੰ ਅਤਿ ਪਵਿੱਤਰ ਸਥਾਨ ਕਿਹਾ ਜਾਂਦਾ ਹੈ। 지성소는 더 깊숙한 곳에 위치해 있죠. 하나님께서 ਪਰਮੇਸ਼ਵਰ ਨੇ ਮੂਸਾ ਨੂੰ ਸਵਰਗੀ ਪਵਿੱਤਰ ਸਥਾਨ ਦਿਖਾਇਆ ਅਤੇ ਉਸ ਨੂੰ ਬਣਾਉਣ ਲਈ ਕਿਹਾ। 그대로 본따서 짓도록끔 하셨습니다. ਪਵਿੱਤਰ ਸਥਾਨ ਅਤੇ ਅਤਿ ਪਵਿੱਤਰ ਸਥਾਨ ਕਿਸ ਨੂੰ ਦਰਸਾਉਂਦਾ ਹੈ ਅਤੇ ਉਹਨਾਂ ਦਾ ਪਵਿੱਤਰ ਆਤਮਾ ਨਾਲ ਕੀ ਰਿਸ਼ਤਾ ਹੈ? 무슨 또 관계가 있을까? 이런 모든 ਇਸ ਨੂੰ ਸਮਝਣ ਲਈ ਕਿਰਪਾ ਕਰਕੇ ਇਬਰਾਨੀਆਂ ਅਧਿਆਇ 8 ਖੋਲੋ। 장을 다 같이 한번 열어 주시기 바랍니다. ਇਬਰਾਨੀਆਂ ਅਧਿਆਇ 8। ਇਬਰਾਨੀਆਂ ਅਧਿਆਇ 8 ਵਚਨ 5 ਵਿੱਚ ਇਹ ਲਿਖਿਆ ਹੈ, ਜਿਹੜੇ ਸੁਰਗੀ ਵਸਤਾਂ ਦੇ ਕੀ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਹਨ। 모형과 그림자라 갖고 있습니다. ਪਵਿੱਤਰ ਸਥਾਨ ਦੀ ਅਸਲੀਅਤ ਸਵਰਗ ਦੇ ਰਾਜ ਵਿੱਚ ਹੈ। 실제 어떤 형상이 있다는 의미가 되겠습니다. ਜਿਵੇਂ ਮੂਸਾ ਨੂੰ ਪਰਮੇਸ਼ੁਰ ਵੱਲੋਂ ਹੁਕਮ ਮਿਲਿਆ ਜਾਂ ਡੇਰਾ ਬਣਾਉਣ ਲੱਗਾ। 그 장막은 바로 ਡੇਰਾ ਪਵਿੱਤਰ ਸਥਾਨ ਹੈ। 성소를 지으려 할 때에 지시하심을 ਇਸ ਤਰ੍ਹਾਂ ਮੂਸਾ ਨੇ ਪਰਮੇਸ਼ਵਰ ਦੇ ਨਿਰਦੇਸ਼ਾਂ ਅਨੁਸਾਰ ਪਵਿੱਤਰ ਸਥਾਨ ਨੂੰ ਬਣਾਇਆ। 성소를 이제 짓게 된 것이죠. ਕਿ ਵੇਖਣਾ ਜਿਹੜਾ ਨਮੂਨਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ ਉਸੇ ਦੇ ਅਨੁਸਾਰ ਤੂੰ ਸਭੇ ਕੁਝ ਬਣਾਵੀਂ। ਇਹ ਸੀਨੀ ਪਹਾੜ ਹੈ। 내게 보이던 본을 쫓아 지으라 하셨느니라 하고 있습니다. ਮੂਸਾ ਨੇ ਸਵਰਗੀ ਪਵਿੱਤਰ ਸਥਾਨ ਦੀ ਇੱਕ ਨਕਲ ਬਣਾਈ। 모형을 그대로 옮겨 놓았습니다. ਇਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਰਥ ਹੈ ਕਿ ਪਰਮੇਸ਼ਵਰ ਨੇ ਇਹ ਨਹੀਂ ਕਿਹਾ ਕਿ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਦੀ ਪੂਰਵ ਸ਼ਰਤ ਪਰਮੇਸ਼ਵਰ ਨੂੰ ਜਾਣਨਾ ਹੈ। ਅੱਜ ਜੇ ਅਸੀਂ ਪਵਿੱਤਰ ਸਥਾਨ ਅਤੇ ਅਤਿ ਪਵਿੱਤਰ ਸਥਾਨ ਨੂੰ ਸਮਝ ਜਾਂਦੇ ਹਾਂ ਤਾਂ ਅਸੀਂ ਪਰਮੇਸ਼ਵਰ ਨੂੰ ਜਾਣ ਸਕਦੇ ਹਾਂ। ਅੰਤ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਕਿਉਂ ਪਰਮੇਸ਼ਵਰ ਡੇਰਿਆਂ ਦੇ ਪੁਰਬ ਦੇ ਆਖਰੀ ਦਿਨ ਤੇ ਪਵਿੱਤਰ ਆਤਮਾ ਪ੍ਰਦਾਨ ਕਰਦੇ ਹਨ। 이유가 있었구나 하는 것도 우리가 이해할 수가 있을 것입니다. ਉਹ ਪਵਿੱਤਰ ਸਥਾਨ ਜਿੱਥੇ ਲੋਕਾਂ ਨੇ ਪੁਰਾਣੇ ਨੇਮ ਵਿੱਚ ਪਰਮੇਸ਼ਵਰ ਨੂੰ ਬਲੀਆਂ ਚੜਾਈਆਂ ਸੀ, ਸਵਰਗ ਵਿੱਚ ਮੌਜੂਦ ਵਸਤਾਂ ਦਾ ਇੱਕ ਪਰਛਾਵਾਂ ਸੀ। ਬਾਹਰਲਾ ਕਮਰਾ ਪਵਿੱਤਰ ਸਥਾਨ ਹੈ ਅਤੇ ਅੰਦਰ ਸਥਿਤ ਸਥਾਨ ਅਤਿ ਪਵਿੱਤਰ ਸਥਾਨ ਹੈ। ਇਹ ਇੱਕ ਬਹੁਤ ਮਹੱਤਵਪੂਰਨ ਸੱਚਾਈ ਹੈ ਜਿਸ ਨੂੰ ਸਾਨੂੰ ਡੇਰਿਆਂ ਦੇ ਇਸ ਪੁਰਬ ਤੇ ਸਿੱਖਣਾ ਚਾਹੀਦਾ ਹੈ। ਆਓ ਅਸੀਂ ਇਕੱਠੇ ਪ੍ਰਕਾਸ਼ ਦੀ ਪੋਥੀ ਦੇ ਅਧਿਆਇ 21 ਉੱਤੇ ਜਾਈਏ। ਅਧਿਆਇ 21 ਵਚਨ 22। ਮੈਂ ਉਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹ ਕੌਣ ਹੈ? ਉਹਦੀ ਹੈਕਲ ਹੈ।
ਲੇਲਾ ਕਿਸ ਨੂੰ ਦਰਸਾਉਂਦਾ ਹੈ? ਇਸ ਲਈ ਇੱਥੇ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਯਿਸੂ ਹੈਕਲ ਹੈ। ਹੈਕਲ ਨੂੰ ਨਿਵਾਸ, ਪਵਿੱਤਰ ਅਸਥਾਨ ਅਤੇ ਮੰਡਲੀ ਦਾ ਤੰਬੂ ਵੀ ਕਿਹਾ ਜਾਂਦਾ ਹੈ। ਜਦੋਂ ਚੱਕ ਕੇ ਲੈ ਜਾਣ ਵਾਲਾ ਪਵਿੱਤਰ ਅਸਥਾਨ ਇੱਕ ਪੱਕੀ ਇਮਾਰਤ ਬਣ ਗਿਆ ਤਾਂ ਉਸ ਨੂੰ ਹੈਕਲ ਕਿਹਾ ਗਿਆ। ਹਾਲਾਂਕਿ ਜੇ ਅਸੀਂ ਵਚਨ 22 ਵੇਖੀਏ ਤਾਂ ਇਹ ਲਿਖਿਆ ਹੈ, ਮੈਂ ਉਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹਦੀ ਹੈਕਲ ਹੈ। ਆਓ ਇਸ ਵਚਨ ਤੋਂ ਇੱਕ ਛੋਟਾ ਜਿਹਾ ਸੰਕੇਤ ਪ੍ਰਾਪਤ ਕਰੀਏ ਅਤੇ ਯੂਹੰਨਾ ਦੀ ਇੰਜੀਲ ਵੱਲ ਜਾਈਏ। ਬਾਈਬਲ ਲੇਲੇ ਯਾਨੀ ਯਿਸੂ ਮਸੀਹ ਨੂੰ ਹੈਕਲ ਦੇ ਰੂਪ ਵਿੱਚ ਦਰਸਾਉਂਦੀ ਹੈ। ਆਓ ਅਸੀਂ ਯੂਹੰਨਾ ਅਧਿਆਇ 2 ਉੱਤੇ ਜਾਈਏ। ਆਓ ਅਸੀਂ ਇੱਥੇ ਯੂਹੰਨਾ ਅਧਿਆਇ 2 ਵਚਨ 20 ਪੜ੍ਹੀਏ। ਵਚਨ 20 ਵਿੱਚ ਇਹ ਲਿਖਿਆ ਹੈ, ਤਦ ਯਹੂਦੀਆਂ ਨੇ ਕਿਹਾ, 46 ਵਰ੍ਹਿਆਂ ਵਿੱਚ ਇਹ ਹੈਕਲ ਬਣੀ ਸੀ, ਫਿਰ ਕੀ ਤੂੰ ਇਹਨੂੰ 3 ਦਿਨਾਂ ਵਿੱਚ ਖੜਾ ਕਰੇਂਗਾ? ਪਰ ਹੈਕਲ ਕੀ ਸੀ? ਉਸਨੇ ਆਪਣੇ ਸਰੀਰ ਦੀ ਹੈਕਲ ਦੀ ਗੱਲ ਕਹੀ ਸੀ। ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਲਿਖਿਆ ਗਿਆ ਹੈ ਕਿ ਲੇਲਾ ਉਸ ਦੀ ਹੈਕਲ ਹੈ। ਯੂਹੰਨਾ ਅਧਿਆਇ 2 ਵਿੱਚ ਲਿਖਿਆ ਹੈ ਕਿ ਪਰ ਉਸਨੇ ਆਪਣੇ ਸਰੀਰ ਦੀ ਹੈਕਲ ਦੀ ਗੱਲ ਕਹੀ ਸੀ। ਇਸ ਦਾ ਮਤਲਬ ਹੈ ਕਿ ਯਿਸੂ ਪਵਿੱਤਰ ਅਸਥਾਨ ਦੀ ਅਸਲੀਅਤ ਹੈ। ਲਗਭਗ 3500 ਸਾਲ ਪਹਿਲਾਂ ਇਸਰਾਏਲੀਆਂ ਨੇ ਮੂਸਾ ਰਾਹੀਂ ਪਰਮੇਸ਼ਵਰ ਦੀ ਇੱਛਾ ਸੁਣੀ। 10 ਹੁਕਮਾਂ ਦੀਆਂ ਪੱਥਰ ਦੀਆਂ ਫੱਟੀਆਂ ਨੂੰ ਰੱਖਣ ਲਈ ਇੱਕ ਪਵਿੱਤਰ ਅਸਥਾਨ ਬਣਾਓ। ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਪਵਿੱਤਰ ਅਸਥਾਨ ਮਸੀਹ ਨੂੰ ਦਰਸਾਉਂਦਾ ਸੀ। ਦੂਜੇ ਸ਼ਬਦਾਂ ਵਿੱਚ, ਪਰਮੇਸ਼ਵਰ ਨੇ ਆਪਣੇ ਬਾਰੇ ਸਾਰੀ ਸਮੱਗਰੀ ਨੂੰ ਪੁਰਾਣੇ ਨੇਮ ਦੇ ਨਿਯਮਾਂ ਵਿੱਚ ਰੱਖਿਆ। ਯੂਹੰਨਾ ਅਧਿਆਇ 2 ਵਚਨ 21 ਵਿੱਚ ਇਹ ਲਿਖਿਆ ਹੈ, ਪਰ ਉਸਨੇ ਆਪਣੇ ਸਰੀਰ ਦੀ ਹੈਕਲ ਦੀ ਗੱਲ ਕਹੀ ਸੀ। ਹੈਕਲ ਵਿੱਚ ਕਈ ਡੂੰਘੇ ਸੱਚ ਹਨ। ਉਦਾਹਰਣ ਲਈ, ਪਵਿੱਤਰ ਅਸਥਾਨ ਤੋਂ ਅਤਿ ਪਵਿੱਤਰ ਅਸਥਾਨ ਤੱਕ ਜਾਣ ਲਈ ਇੱਕ ਪਰਦੇ ਵਿੱਚੋਂ ਲੰਘਣਾ ਪੈਂਦਾ ਹੈ। ਹਾਲਾਂਕਿ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਪਰਦਾ ਯਿਸੂ ਮਸੀਹ ਨੂੰ ਦਰਸਾਉਂਦਾ ਹੈ। ਆਓ ਅਸੀਂ ਇਬਰਾਨੀਆਂ ਅਧਿਆਇ 10 ਵਚਨ 19 ਉੱਤੇ ਜਾਈਏ। ਇਬਰਾਨੀਆਂ ਅਧਿਆਇ 10 ਵਚਨ 19 ਵਿੱਚ ਇਹ ਲਿਖਿਆ ਹੈ, ਉਪਰੰਤ ਹੈ ਭਰਾਵੋ, ਜਦੋਂ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਅਸਥਾਨ ਦੇ ਅੰਦਰ ਜਾਣ ਦੀ ਦਿਲੇਰੀ ਹੈ। ਅੰਗਰੇਜ਼ੀ ਬਾਈਬਲ ਵਿੱਚ ਸਪਸ਼ਟ ਤੌਰ ਤੇ ਮੋਸਟ ਹੋਲੀ ਪਲੇਸ ਲਿਖਿਆ ਗਿਆ ਹੈ। ਇਸ ਲਈ ਉਹ ਜਗ੍ਹਾ ਜਿੱਥੇ ਸਾਨੂੰ ਯਿਸੂ ਦੇ ਲਹੂ ਦੁਆਰਾ ਪ੍ਰਵੇਸ਼ ਹੋਣ ਦਾ ਭਰੋਸਾ ਹੈ, ਅਤਿ ਪਵਿੱਤਰ ਅਸਥਾਨ ਹੈ। ਵਚਨ 20 ਅਰਥਾਤ ਉਸ ਨਵੇਂ ਅਤੇ ਜਿਉਂਦੇ ਰਾਹ ਥੀ ਜਿਹੜਾ ਉਹਨੇ ਪੜਦੇ ਮਾਨੋ ਆਪਣੇ ਸਰੀਰ ਥਾਣੀ ਸਾਡੇ ਲਈ ਖੋਲਿਆ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਹੈਕਲ ਯਿਸੂ ਨੂੰ ਦਰਸਾਉਂਦਾ ਹੈ ਅਤੇ ਪਰਦਾ ਵੀ ਯਿਸੂ ਨੂੰ ਦਰਸਾਉਂਦਾ ਹੈ। ਡੇਰਿਆਂ ਦੇ ਪਰਬ ਦੇ ਆਖਰੀ ਦਿਨ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਦਾ ਦਿਨ ਹੈ। ਪਵਿੱਤਰ ਆਤਮਾ ਪ੍ਰਾਪਤ ਕਰਨ ਲਈ ਕੀ ਸ਼ਰਤ ਹੈ? ਸਾਨੂੰ ਪਰਮੇਸ਼ਵਰ ਨੂੰ ਜਾਣਨ ਲਈ ਯਤਨ ਕਰਨਾ ਚਾਹੀਦਾ ਹੈ, ਜੋ ਕਿ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਲਈ ਸਾਡੇ ਲਈ ਪੂਰਵ ਸ਼ਰਤ ਹੈ। ਕੀ ਪਿਤਾ ਜੀ ਨੇ ਸੱਚਾਈ ਦੀਆਂ ਕਿਤਾਬਾਂ ਵਿੱਚ ਇਸ ਦੀ ਗਵਾਹੀ ਨਹੀਂ ਦਿੱਤੀ? ਅੱਜ ਜੇ ਅਸੀਂ ਪਵਿੱਤਰ ਅਸਥਾਨ ਅਤੇ ਅਤਿ ਪਵਿੱਤਰ ਅਸਥਾਨ ਨੂੰ ਸਮਝਦੇ ਹਾਂ ਤਾਂ ਅਸੀਂ ਪਰਮੇਸ਼ਵਰ ਨੂੰ ਸਮਝ ਸਕਾਂਗੇ। ਇਸੇ ਲਈ ਪਰਮੇਸ਼ਵਰ ਨੇ ਡੇਰੇ ਦੇ ਨਿਰਮਾਣ ਦੇ ਪਰਬ ਆਖਰੀ ਪਰਬ ਦੇ ਰੂਪ ਵਿੱਚ ਨਿਰਧਾਰਿਤ ਕੀਤਾ। ਪਰਮੇਸ਼ਵਰ ਚਾਹੁੰਦੇ ਹਨ ਕਿ ਉਹਨਾਂ ਦੀਆਂ ਸੰਤਾਨਾਂ ਪਵਿੱਤਰ ਅਸਥਾਨ ਅਤੇ ਅਤਿ ਪਵਿੱਤਰ ਅਸਥਾਨ ਦੇ ਭੇਤ ਨੂੰ ਸਮਝਣ। ਹੈਕਲ ਮਸੀਹ ਨੂੰ ਦਰਸਾਉਂਦਾ ਹੈ, ਪਰਦਾ ਮਸੀਹ ਨੂੰ ਦਰਸਾਉਂਦਾ ਹੈ। ਇਹ ਇੱਕ ਮਹੱਤਵਪੂਰਨ ਬਿੰਦੂ ਹੈ।
ਫਿਰ ਅਤ ਪਵਿੱਤਰ ਸਥਾਨ ਦਾ ਆਕਾਰ ਕੀ ਹੈ? ਜੇ ਅਸੀਂ ਸਮਝਦੇ ਹਾਂ ਕਿ ਅਤ ਪਵਿੱਤਰ ਸਥਾਨ ਕਿਸ ਨੂੰ ਦਰਸਾਉਂਦਾ ਹੈ, ਤਾਂ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਨੇ ਇਸ ਦਿਨ ਨੂੰ ਕਿਉਂ ਬਹੁਤ ਮਹੱਤਵ ਦਿੱਤਾ। ਇਸ ਲਈ ਆਓ ਹੁਣ ਅਸੀਂ 1 ਰਾਜਿਆਂ ਅਧਿਆਇ 6 ਵਚਨ 14 ਉੱਤੇ ਜਾਈਏ। ਅਧਿਆਇ 6 ਵਚਨ 14 ਵਿੱਚ ਇਹ ਲਿਖਿਆ ਹੈ, ਸੋ ਸੁਲੇਮਾਨ ਨੇ ਭਵਨ ਬਣਾਇਆ ਅਤੇ ਉਹਨੂੰ ਸੰਪੂਰਨ ਕੀਤਾ। ਉਸਨੇ ਅੰਦਰਵਾਰ ਭਵਨ ਦੀਆਂ ਕੰਧਾਂ ਉੱਤੇ ਦਿਆਰ ਦੇ ਫੱਟੇ ਲਾਏ, ਭਵਨ ਦੇ ਥੱਲਿਓਂ ਲੈ ਕੇ ਛੱਤ ਤੀਕ ਅੰਦਰਵਾਰ ਲੱਕੜ ਨਾਲ ਕੱਜਿਆ ਅਤੇ ਭਵਨ ਦੇ ਥੱਲੇ ਨੂੰ ਚੀਲ ਦਿਆਂ ਫੱਟਾਂ ਨਾਲ ਕੱਜਿਆ। ਅਤੇ ਉਸਨੇ ਭਵਨ ਦੇ ਪਿਛਲੇ ਪਾਸੇ 20 ਹੱਥ ਤੀਕ ਦਿਆਰ ਦੇ ਫੱਟਾਂ ਨਾਲ ਥੱਲਿਓਂ ਲੈ ਕੇ ਉਹ ਦੀਆਂ ਕੰਧਾਂ ਤੀਕ ਬਣਾਇਆ। ਉਹਦੇ ਅੰਦਰਵਾਰ ਵਿਚਲੀ ਕੋਠੜੀ ਨਾਲ ਅਰਥਾਤ ਅਤ ਪਵਿੱਤਰ ਥਾਂ ਲਈ ਉਹਨੂੰ ਬਣਾਇਆ। ਅਤੇ ਉਹ ਭਵਨ ਅਰਥਾਤ ਸਾਹਮਣੀ ਹੈਕਲ 40 ਹੱਥ ਲੰਮੀ ਸੀ। ਅਤੇ ਭਵਨ ਦੇ ਅੰਦਰਲੀ ਵੱਲ ਦਿਆਰ ਦਾ ਸੀ, ਉਸ ਵਿੱਚ ਕਲੀਆਂ ਅਤੇ ਫੁੱਲ ਉਕਰੇ ਹੋਏ ਸਨ ਅਤੇ ਇਹ ਸਾਰਾ ਦਿਆਰ ਦਾ ਸੀ, ਕੋਈ ਪੱਥਰ ਨਹੀਂ ਦਿਸਦਾ ਸੀ। ਭਵਨ ਦੇ ਵਿੱਚ ਅੰਦਰਲੀ ਵੱਲ ਵਿਚਲੀ ਕੋਠੜੀ ਸੀ ਤਾਂ ਜੋ ਉੱਥੇ ਯਹੋਵਾ ਦੇ ਨੇਮ ਦਾ ਸੰਦੂਕ ਰੱਖਿਆ ਜਾ ਸਕੇ। ਅਤੇ ਵਿਚਲੀ ਕੋਠੜੀ ਦੇ ਵਚਨ 16 ਦੇ ਅਨੁਸਾਰ ਸਭ ਤੋਂ ਪਵਿੱਤਰ ਸਥਾਨ ਨੂੰ ਅੰਦਰੂਨੀ ਪਵਿੱਤਰ ਸਥਾਨ ਵੀ ਕਿਹਾ ਜਾਂਦਾ ਹੈ। ਅਤੇ ਵਿਚਲੀ ਕੋਠੜੀ ਦੇ ਅੰਦਰਲੇ ਪਾਸੇ ਦੀ ਲੰਬਾਈ 20 ਹੱਥ ਅਤੇ ਉਸ ਦੀ ਚੌੜਾਈ 20 ਹੱਥ ਅਤੇ ਉਚਾਨ, ਲੰਬਾਈ, ਚੌੜਾਈ ਅਤੇ ਉਚਾਈ ਕਿੰਨੀ ਸੀ? 20 ਹੱਥ ਸੀ। ਇਸ ਤਰ੍ਹਾਂ ਲੰਬਾਈ, ਚੌੜਾਈ ਅਤੇ ਉਚਾਈ ਕਿਹੋ ਜਿਹੀ ਹੈ? ਉਹ ਇੱਕੋ ਜਿਹੀ ਹਨ। ਇਹ ਅਤ ਪਵਿੱਤਰ ਸਥਾਨ ਦਾ ਆਕਾਰ ਹੈ। ਅਤੇ ਕੁੰਦਨ ਸੋਨਾ ਉਸ ਉੱਤੇ ਚੜਾਇਆ ਅਤੇ ਜਗਵੇਦੀ ਦੀ ਤਖਤਾਬੰਦੀ ਦਿਆਰ ਨਾਲ ਕੀਤੀ। ਪਰਮੇਸ਼ਵਰ ਨੇ ਅਤ ਪਵਿੱਤਰ ਸਥਾਨ ਦੀ ਲੰਬਾਈ, ਚੌੜਾਈ ਅਤੇ ਉਚਾਈ ਇੱਕੋ ਜਿਹੀ ਕਿਉਂ ਬਣਾਈ? ਪਰਮੇਸ਼ਵਰ ਨੇ ਇਸਰਾਏਲੀਆਂ ਨੂੰ ਉਸ ਦਿਨ ਨੂੰ ਡੇਰੇ ਦੇ ਨਿਰਮਾਣ ਦੇ ਦਿਨ ਨੂੰ ਕਿਉਂ ਯਾਦ ਦਿਲਾਇਆ ਅਤੇ ਇਸ ਨੂੰ ਡੇਰਿਆਂ ਦਾ ਪਰਬ ਕਿਉਂ ਕਿਹਾ? ਇਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਰਥ ਹੈ। ਸਾਰਾ ਪਵਿੱਤਰ ਸਥਾਨ ਯਿਸੂ ਮਸੀਹ ਨੂੰ ਦਰਸਾਉਂਦਾ ਹੈ। ਫਿਰ ਵੀ ਪਵਿੱਤਰ ਸਥਾਨ ਦੇ ਅੰਦਰ ਪਵਿੱਤਰ ਸਥਾਨ ਅਤੇ ਅਤ ਪਵਿੱਤਰ ਸਥਾਨ ਵੱਖ ਸੀ। ਅਤ ਪਵਿੱਤਰ ਸਥਾਨ ਦੀ ਲੰਬਾਈ, ਚੌੜਾਈ ਅਤੇ ਉਚਾਈ 20 ਹੱਥ ਦੀ ਸੀ। ਇਸ ਦੀ ਲੰਬਾਈ, ਚੌੜਾਈ ਅਤੇ ਉਚਾਈ ਇੱਕੋ ਜਿਹੀ ਸੀ। ਪਰਮੇਸ਼ਵਰ ਨੇ ਇਸ ਨੂੰ ਇਸ ਤਰ੍ਹਾਂ ਕਿਉਂ ਬਣਾਇਆ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਇਸ ਦਾ ਜਵਾਬ ਲੱਭੀਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 9 ਨੂੰ ਇਕੱਠੇ ਪੜ੍ਹੀਏ। ਜਿਨ੍ਹਾਂ 7 ਦੂਤਾਂ ਕੋਲ ਉਹ 7 ਕਟੋਰੇ ਸਨ ਅਤੇ ਜਿਹੜੇ 6 ਕੜਲੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਪਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। ਇੱਥੇ ਲੇਲੇ ਦੀ ਪਤਨੀ ਪ੍ਰਗਟ ਹੁੰਦੀ ਹੈ। ਕੀ ਲੇਲਾ ਯਿਸੂ ਮਸੀਹ ਨੂੰ ਨਹੀਂ ਦਰਸਾਉਂਦਾ? ਸਵਰਗਦੂਤ ਨੇ ਉਸ ਨੂੰ ਮਸੀਹ ਦੀ ਲਾੜੀ ਨੂੰ ਦਿਖਾਇਆ। ਵਚਨ 10, ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਸਵਰਗਦੂਤ ਨੇ ਉਸ ਨੂੰ ਕੀ ਦਿਖਾਇਆ? ਉਸ ਨੇ ਉਹ ਪਵਿੱਤਰ ਨਗਰੀ ਅਤੇ ਉਸ ਨਗਰੀ ਦਾ ਨਾਮ ਕੀ ਹੈ? ਯਰੂਸ਼ਲਮ ਪਰਮੇਸ਼ੁਰ ਕੋਲੋਂ ਆਕਾਸ਼ੋਂ ਉਤਰਦੀ ਮੈਨੂੰ ਵਿਖਾਈ, ਜਿਹਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ। ਸਵਰਗਦੂਤ ਨੇ ਉਸ ਨੂੰ ਯਰੂਸ਼ਲਮ ਨਾਮ ਦਾ ਸ਼ਹਿਰ ਦਿਖਾਇਆ। ਆਓ ਵਚਨ 11 ਵੇਖੀਏ। ਉਹਦੀ ਜੋਤ ਅਤ ਭਾਰੇ ਮੁੱਲ ਦੇ ਜਵਾਰ ਵਰਗੀ ਸੀ, ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਨਿਆਈ ਨਿਰਮਲ ਹੋਵੇ। ਅਤੇ ਉਹਦੀ ਵੱਡੀ ਅਤੇ ਉੱਚੀ ਸਫੀਲ ਹੈ ਅਤੇ ਉਹਦੇ 12 ਦਰਵਾਜ਼ੇ ਹਨ ਅਤੇ ਉਹਨਾਂ ਦਰਵਾਜ਼ਿਆਂ ਉੱਤੇ 12 ਦੂਤ ਅਤੇ ਉਹਨਾਂ ਉੱਤੇ ਨਾਮ ਲਿਖੇ ਹੋਏ ਸਨ, ਜਿਹੜੇ ਇਸਰਾਏਲ ਦੇ ਵੰਸ਼ ਦੀਆਂ 12 ਗੋਤਾਂ ਦੇ ਨਾਮ ਹਨ। ਚੜ੍ਹਦੀ ਵੱਲੇ 3 ਦਰਵਾਜ਼ੇ ਅਤੇ ਉੱਤਰ ਵੱਲੇ 3 ਦਰਵਾਜ਼ੇ ਅਤੇ ਦੱਖਣ ਵੱਲੇ 3 ਦਰਵਾਜ਼ੇ ਅਤੇ ਲਹਿੰਦੀ ਵੱਲੇ 3 ਦਰਵਾਜ਼ੇ ਹਨ। ਅਤੇ ਉਸ ਨਗਰੀ ਦੀ ਸਫੀਲ ਦੀਆਂ 12 ਨੀਹਾਂ ਹਨ ਅਤੇ ਉਹਨਾਂ ਉੱਤੇ ਲੇਲੇ ਦੇ 12 ਰਸੂਲਾਂ ਦੇ ਨਾਮ ਹਨ। ਮੇਰੇ ਨਾਲ ਜਿਹੜਾ ਗੱਲ ਕਰਦਾ ਸੀ, ਉਹਦੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ, ਪਈ ਉਹ ਉਸ ਨਗਰੀ ਦੀ ਅਤੇ ਉਹਦਿਆਂ ਦਰਵਾਜ਼ਿਆਂ ਦੀ ਅਤੇ ਉਹਦੀ ਸਫੀਲ ਦੀ ਮਿਣਤੀ ਕਰੇ। ਅਤੇ ਉਹ ਨਗਰੀ ਦਾ ਨਾਮ ਕੀ ਹੈ? ਯਰੂਸ਼ਲਮ ਚੌਰਸ ਬਣੀ ਹੋਈ ਹੈ ਅਤੇ ਜਿੰਨੀ ਉਹਦੀ ਚੌੜਾਈ ਹੈ ਉਨੀ ਹੀ ਉਹਦੀ ਲੰਬਾਈ ਹੈ। ਅਤੇ ਉਸਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ 1100 ਕੋਹ ਨਿਕਲੀ। ਉਹਦੀ ਲੰਬਾਈ ਅਤੇ ਚੌੜਾਈ ਕੀ ਸੀ ਅਤੇ ਉਚਾਈ ਇੱਕੋ ਜਿਹੀ ਹੈ।
ਲੇਲੇ ਦੀ ਪਤਨੀ ਯਰੂਸ਼ਲਮ ਦੇ ਇਸ ਆਕਾਰ ਨੂੰ ਦੇਖ ਕੇ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਇਹ ਅਤਿ ਪਵਿੱਤਰ ਸਥਾਨ ਵਰਗਾ ਹੈ। 어떤 구조와 일치된다는 것을 발견할 수 있습니까? ਉਸ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਹੈ। 장과 광과 고가 똑같으라고 했습니다. ਯੂਹੰਨਾ ਅਧਿਆਇ 2 ਦੇ ਅਨੁਸਾਰ ਪਵਿੱਤਰ ਸਥਾਨ ਯਿਸੂ ਮਸੀਹ ਨੂੰ ਦਰਸਾਉਂਦਾ ਹੈ। ਇਬਰਾਨੀਆਂ ਅਧਿਆਇ 10 ਵਚਨ 19 ਕਹਿੰਦਾ ਹੈ ਕਿ ਪਰਦਾ ਵੀ ਯਿਸੂ ਦੇ ਸਰੀਰ ਨੂੰ ਦਰਸਾਉਂਦਾ ਹੈ। 휘장조차도 예수님의 육체를 표상한다고 이렇게 일깨워 주었습니다. ਪਰਮੇਸ਼ਵਰ ਨੇ ਅਤਿ ਪਵਿੱਤਰ ਸਥਾਨ ਦੀ ਲੰਬਾਈ, ਚੌੜਾਈ ਅਤੇ ਉਚਾਈ ਨੂੰ ਬਰਾਬਰ ਬਣਾਇਆ। ਇਸ ਤੋਂ ਇਲਾਵਾ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਕਿਹੜੇ ਨਗਰ ਦਾ ਆਕਾਰ ਇੱਕੋ ਜਿਹਾ ਸੀ। 21장에 와서 보니까 어떤 성의 모습하고 똑같았습니까? 예루살렘이 장과 광과 고가 같더라고 했습니다. ਯਰੂਸ਼ਲਮ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਸੀ। ਅਤੇ ਇਹ ਯਰੂਸ਼ਲਮ ਕੌਣ ਹੈ? ਇਹ ਲੇਲੇ ਦੀ ਪਤਨੀ ਨੂੰ ਦਰਸਾਉਂਦੀ ਹੈ। ਫਿਰ ਆਓ ਅਸੀਂ ਗਲਾਤੀਆ ਅਧਿਆਇ 4 ਵਿੱਚ ਜਾ ਕੇ ਦੇਖੀਏ ਕਿ ਯਰੂਸ਼ਲਮ ਦਾ ਸਾਡੇ ਨਾਲ ਕੀ ਸਬੰਧ ਹੈ। ਆਓ ਅਸੀਂ ਗਲਾਤੀਆ ਅਧਿਆਇ 4 ਵਚਨ 26 ਉੱਤੇ ਜਾਈਏ। 갈라디아서 4장 26절입니다. ਗਲਾਤੀਆ ਅਧਿਆਇ 4 ਵਚਨ 26 ਵਿੱਚ ਇਹ ਲਿਖਿਆ ਹੈ, 갈라디아서 4장 26절의 말씀 보시면 ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ। ਉਹ ਕੌਣ ਹੈ? ਉਹ ਸਾਡੀ ਮਾਤਾ ਹੈ। 누구라고요? ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਯਰੂਸ਼ਲਮ, ਜਿਸ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਹੈ, ਕਿਸ ਨੂੰ ਦਰਸਾਉਂਦੀ ਹੈ? ਫਿਰ ਅਤਿ ਪਵਿੱਤਰ ਸਥਾਨ ਕਿਸ ਨੂੰ ਦਰਸਾਉਂਦਾ ਹੈ? ਮਾਤਾ ਪਰਮੇਸ਼ਵਰ ਨੂੰ। ਪਰਮੇਸ਼ਵਰ ਨੇ ਪਵਿੱਤਰ ਸਥਾਨ ਦੇ ਅੰਦਰ ਇੱਕ ਨਮੂਨਾ ਬਣਾਇਆ, ਜਿਸ ਵਿੱਚ ਪਿਤਾ ਪਰਮੇਸ਼ਵਰ ਦਾ ਸਰੂਪ ਅਤੇ ਮਾਤਾ ਪਰਮੇਸ਼ਵਰ ਦਾ ਸਰੂਪ ਸ਼ਾਮਿਲ ਕੀਤਾ ਗਿਆ, ਤਾਂ ਜੋ ਅਸੀਂ ਇਸ ਨੂੰ ਸਮਝ ਸਕੀਏ। ਇਸ ਲਈ ਪਵਿੱਤਰ ਸਥਾਨ ਦੇ ਬਣਾਏ ਜਾਣ ਨੂੰ ਯਾਦ ਕਰਨਾ ਡੇਰਿਆਂ ਦੇ ਪਰਬ ਦਾ ਇੱਕ ਮਹੱਤਵਪੂਰਨ ਨਿਯਮ ਹੈ। ਸਮੁੱਚੇ ਤੌਰ ਤੇ ਅਸੀਂ ਇਸ ਨੂੰ ਪਵਿੱਤਰ ਸਥਾਨ ਕਹਿੰਦੇ ਹਾਂ। ਫਿਰ ਵੀ ਬਾਹਰਲਾ ਕਮਰਾ ਪਵਿੱਤਰ ਸਥਾਨ ਹੈ ਅਤੇ ਅੰਦਰਲਾ ਕਮਰਾ ਅਤਿ ਪਵਿੱਤਰ ਸਥਾਨ ਹੈ। ਆਓ ਅਸੀਂ ਹਿਜਕੀਏਲ ਅਧਿਆਇ 47 ਵਚਨ 1 ਵਿੱਚ ਪਵਿੱਤਰ ਸਥਾਨ ਅਤੇ ਅਤਿ ਪਵਿੱਤਰ ਸਥਾਨ ਦੇ ਵਿਸ਼ੇ ਨਾਲ ਸੰਬੰਧਿਤ ਘਟਨਾਵਾਂ ਨੂੰ ਦੇਖੀਏ। ਹਿਜਕੀਏਲ ਅਧਿਆਇ 47 ਵਚਨ 1। ਹਿਜਕੀਏਲ ਅਧਿਆਇ 47 ਵਚਨ 1 ਵਿੱਚ ਇਹ ਲਿਖਿਆ ਹੈ, ਫਿਰ ਉਹ ਮੈਨੂੰ ਭਵਨ ਦੇ ਦਰਵਾਜ਼ੇ, ਦੂਜੇ ਸ਼ਬਦਾਂ ਵਿੱਚ ਪਵਿੱਤਰ ਸਥਾਨ ਵਿੱਚ, ਤੇ ਮੋੜ ਲਿਆਇਆ ਅਤੇ ਵੇਖੋ ਕਿੱਥੋਂ ਹੈਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ, ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਭਵਨ ਦੇ ਸੱਜੇ ਪਾਸੇ ਦੇ ਹੇਠਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ। ਤਦ ਉਹ ਮੈਨੂੰ ਉੱਤਰੀ ਫਾਟਕ ਦੇ ਰਸਤੇ ਬਾਹਰ ਲਿਆਇਆ ਅਤੇ ਮੈਨੂੰ ਉਸ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ ਬਾਹਰਲੇ ਫਾਟਕ ਤੇ ਮੋੜ ਲਿਆਇਆ, ਅਰਥਾਤ ਚੜ੍ਹਦੇ ਮੂੰਹ ਵਾਲੇ ਫਾਟਕ ਤੇ, ਅਤੇ ਵੇਖੋ ਸੱਜੇ ਪਾਸਿਓਂ ਪਾਣੀ ਵਗ ਰਿਹਾ ਸੀ। ਅਤੇ ਇਸ ਮਨੁੱਖ ਨੇ ਜਿਹਦੇ ਹੱਥ ਵਿੱਚ ਫੀਤਾ ਸੀ ਪੂਰਬ ਵੱਲ ਵੱਧ ਕੇ 1000 ਹੱਥ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗਿੱਟਿਆਂ ਤੀਕਰ ਸੀ। ਫਿਰ ਉਸਨੇ 1000 ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗੋਡਿਆਂ ਤੀਕਰ ਸੀ। ਫਿਰ ਉਸਨੇ 1000 ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਲੱਕ ਤੀਕਰ ਸੀ। ਫਿਰ ਉਹਨੇ 1000 ਹੋਰ ਮਿਣਿਆ ਅਤੇ ਉਹ ਅਜਿਹਾ ਨਾਲਾ ਸੀ ਕਿ ਮੈਂ ਉਹਨੂੰ ਪਾਰ ਨਹੀਂ ਕਰ ਸਕਦਾ ਸਾਂ, ਕਿਉਂ ਜੋ ਪਾਣੀ ਚੜ੍ਹ ਕੇ ਤਰਨ ਵਾਲਾ ਹੋ ਗਿਆ ਸੀ ਅਤੇ ਅਜਿਹਾ ਨਾਲਾ ਬਣ ਗਿਆ ਜਿਹਨੂੰ ਪਾਰ ਕਰਨਾ ਅਸੰਭਵ ਸੀ। ਪਾਣੀ ਕਿੱਥੋਂ ਨਿਕਲ ਰਿਹਾ ਸੀ? ਪਵਿੱਤਰ ਸਥਾਨ ਵਿੱਚੋਂ ਨਿਕਲਣ ਵਾਲਾ ਪਾਣੀ ਇੱਕ ਵੱਡੀ ਨਦੀ ਬਣ ਗਿਆ। ਵਚਨ 6। ਤਾਂ ਉਹਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤਰ, ਕੀ ਤੂੰ ਇਹ ਵੇਖਿਆ? ਤਦ ਉਹ ਮੈਨੂੰ ਲੈ ਆਇਆ ਅਤੇ ਨਾਲ ਦੇ ਕੰਢੇ ਤੇ ਮੋੜ ਲਿਆਂਦਾ। ਜਦੋਂ ਮੈਂ ਮੁੜ ਕੇ ਪੁੱਜਿਆ ਤਾਂ ਵੇਖੋ, ਨਾਲੇ ਦੇ ਇਸ ਪਾਸੇ ਤੇ ਦੂਜੇ ਪਾਸੇ ਬਹੁਤ ਸਾਰੇ ਰੁੱਖ ਸਨ। ਤਦ ਉਹਨੇ ਮੈਨੂੰ ਆਖਿਆ ਕਿ ਇਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾਹ ਵਿੱਚੋਂ ਵਗ ਕੇ ਹੇਠਾਂ ਸਾਗਰ ਵਿੱਚ ਜਾ ਪੈਂਦੇ ਹਨ ਅਤੇ ਸਾਗਰ ਵਿੱਚ ਮਿਲਦਿਆਂ ਹੀ ਉਹਦੇ ਪਾਣੀਆਂ ਨੂੰ ਖਾਰੇ ਪਾਣੀ ਦਾ ਕੀ ਹੋਵੇਗਾ? ਇਹ ਤਾਜ਼ਾ ਕਰ ਦੇਣਗੇ। ਪਵਿੱਤਰ ਸਥਾਨ ਵਿੱਚੋਂ ਨਿਕਲਣ ਵਾਲਾ ਪਾਣੀ ਸਮੁੰਦਰ ਵਿੱਚ ਗਿਆ ਅਤੇ ਸਮੁੰਦਰ ਦਾ ਪਾਣੀ ਤਾਜ਼ਾ ਹੋ ਗਿਆ। ਆਓ ਵਚਨ 9 ਨੂੰ ਵੇਖੀਏ। ਅਤੇ ਐਉਂ ਹੋਵੇਗਾ ਕਿ ਜਿੱਥੇ ਇਹ ਨਾਲੇ ਜਾਣਗੇ ਹਰੇਕ ਜਲ ਜੰਤੂ ਜੋ ਬਹੁਤ ਸਾਰੇ ਹਨ। ਕੀ ਹੋਣਗੇ?
ਸਭ ਜਿਉਂਦਾ ਰਹੇਗਾ ਅਤੇ ਮੱਛੀਆਂ ਦਾ ਬਹੁਤ ਵਾਧਾ ਹੋਵੇਗਾ ਕਿਉਂ ਜੋ ਇਹ ਪਾਣੀ ਉੱਥੇ ਪੁੱਜਿਆ ਅਤੇ ਉਹ ਤਾਜ਼ਾ ਹੋ ਗਿਆ। ਸੋ ਜਿੱਥੇ ਕਿੱਥੇ ਇਹ ਨਾਲੇ ਪੁੱਜਣਗੇ ਜੀਵਨ ਬਖਸ਼ਣਗੇ। ਜਿੱਥੇ ਵੀ ਇਹ ਪਾਣੀ ਵਗਦਾ ਉੱਥੇ ਦਾ ਪਾਣੀ ਤਾਜ਼ਾ ਹੋ ਜਾਵੇਗਾ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਇਸ ਨਦੀ ਨੂੰ ਜੀਵਨ ਦੇ ਜਲ ਦੀ ਨਦੀ ਕਿਹਾ ਗਿਆ ਹੈ ਨਾ? ਵਚਨ 10 ਅਤੇ ਐਉਂ ਹੋਵੇਗਾ ਕਿ ਮਾਛੀ ਉਹਦੇ ਕੰਢੇ ਤੇ ਖਲੋਤੇ ਰਹਿਣਗੇ। ਐਨ ਗਦੀ ਤੋਂ ਲੈ ਕੇ ਐਨ ਅਗਲਿਮ ਤੀਕਰ ਜਾਲ ਸੁੱਟਣ ਦੇ ਘਾਟ ਹੋਣਗੇ। ਉਹਦੀਆਂ ਮੱਛੀਆਂ ਆਪਣੀ ਆਪਣੀ ਜਾਤੀ ਦੇ ਅਨੁਸਾਰ ਵੱਡੇ ਸਾਗਰ ਦੀਆਂ ਮੱਛੀਆਂ ਵਾਂਗ ਬਹੁਤ ਹੋਣਗੀਆਂ, ਪਰੰਤੂ ਉਹਦੀਆਂ ਚਿੱਕੜ ਵਾਲੀਆਂ ਅਤੇ ਜਿੱਲਣ ਵਾਲੀਆਂ ਜੰਗਾਂ ਤਾਜ਼ੀਆਂ ਨਾ ਕੀਤੀਆਂ ਜਾਣਗੀਆਂ, ਉਹ ਲੂਣ ਵਾਲੀਆਂ ਹੀ ਰਹਿਣਗੀਆਂ। ਅਤੇ ਨਾਲੇ ਦੇ ਨੇੜੇ ਉਹਦੇ ਦੋਨਾਂ ਕੰਧਿਆਂ ਤੇ ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ, ਜਿਨ੍ਹਾਂ ਦੇ ਪੱਤਰ ਕਦੇ ਨਾ ਮੁੱਕਣਗੇ ਅਤੇ ਜਿਨ੍ਹਾਂ ਦੇ ਮੇਵੇ ਕਦੇ ਨਾ ਸੁੱਕਣਗੇ। ਉਹਨਾਂ ਨੂੰ ਹਰ ਮਹੀਨੇ ਨਵੇਂ ਮੇਵੇ ਲੱਗਣਗੇ ਕਿਉਂ ਜੋ ਉਹਨਾਂ ਨੂੰ ਉਹ ਪਾਣੀ ਲੱਗਦੇ ਹਨ ਜਿਹੜੇ ਪਵਿੱਤਰ ਅਸਥਾਨ ਵਿੱਚੋਂ ਤੁਰਦੇ ਹਨ ਅਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤਰ ਦਵਾਈ ਦੇ ਕੰਮ ਆਉਣਗੇ। ਇਹ ਲਿਖਿਆ ਹੈ ਕਿ ਜੀਵਨ ਦਾ ਪਾਣੀ ਪਵਿੱਤਰ ਅਸਥਾਨ ਵਿੱਚੋਂ ਵਗਦਾ ਹੈ ਅਤੇ ਸਾਰੇ ਜਿਉਂਦੇ ਪ੍ਰਾਣੀ ਜੀਵਨ ਪਾਉਂਦੇ ਹਨ। ਪ੍ਰਕਾਸ਼ ਦੀ ਪੋਥੀ ਅਧਿਆਇ 17 ਵਚਨ 15 ਦੇ ਅਨੁਸਾਰ ਸਮੁੰਦਰ ਮਨੁੱਖੀ ਸਮਾਜ ਨੂੰ ਦਰਸਾਉਂਦਾ ਹੈ। ਜਦੋਂ ਜੀਵਨ ਦਾ ਪਾਣੀ ਮਨੁੱਖ ਜਾਤੀ ਨੂੰ ਦਰਸਾਏ ਗਏ ਸਮੁੰਦਰ ਵਿੱਚ ਵਗਦਾ ਹੈ ਤਾਂ ਜਿੱਥੇ ਕਿਤੇ ਵੀ ਪਾਣੀ ਜਾਂਦਾ ਹੈ ਉੱਥੇ ਕੀ ਹੁੰਦਾ ਹੈ? ਹਰ ਚੀਜ਼ ਤਾਜ਼ਾ ਹੋ ਜਾਂਦੀ ਹੈ। ਜੀਵਨ ਦਾ ਪਾਣੀ ਜੋ ਪਿਤਾ ਅਤੇ ਮਾਤਾ ਮਨੁੱਖ ਜਾਤੀ ਨੂੰ ਦਿੰਦੇ ਹਨ, ਉਹ ਸਾਰੀ ਮਨੁੱਖ ਜਾਤੀ ਨੂੰ ਬਚਾਉਂਦਾ ਹੈ। ਪਰਮੇਸ਼ਵਰ ਸਾਨੂੰ ਡੇਰਿਆਂ ਦੇ ਪਰਬ ਦੁਆਰਾ ਇਹੀ ਸਿਖਾਉਂਦੇ ਹਨ। ਡੇਰਿਆਂ ਦਾ ਪਰਬ ਹੈਕਲ ਦੇ ਨਿਰਮਾਣ ਦੀ ਯਾਦ ਦਿਵਾਉਂਦਾ ਹੈ। ਪਰਮੇਸ਼ਵਰ ਨੇ ਇੱਕ ਵਾਰ ਫਿਰ ਇਸ ਦ੍ਰਿਸ਼ ਬਾਰੇ ਇੱਕ ਪ੍ਰਕਾਸ਼ਨ ਦਿਖਾਇਆ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਉੱਤੇ ਜਾਈਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 1 ਦੇਖੀਏ। ਅਧਿਆਇ 22 ਵਚਨ 1 ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗ ਉਜਲ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ। ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ। ਕੀ ਇਹ ਹਿਜਕੀਏਲ ਅਧਿਆਇ 47 ਵਾਂਗ ਨਹੀਂ ਹੈ? ਹਿਜਕੀਏਲ ਅਧਿਆਇ 47 ਵੀ ਕਹਿੰਦਾ ਹੈ ਕਿ ਉਹ ਹਰ ਮਹੀਨੇ ਫਲ ਦੇਣਗੇ ਅਤੇ ਉਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ। ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ ਅਤੇ ਉਹਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋੜ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ ਕਿਉਂ ਜੋ ਪ੍ਰਭ ਪਰਮੇਸ਼ੁਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ। ਸਾਨੂੰ ਵੀ ਆਸ਼ੀਸ਼ ਦੇਣ ਲਈ ਪਰਮੇਸ਼ਵਰ ਵਚਨ 17 ਵਿੱਚ ਹਿਜਕੀਏਲ ਅਧਿਆਇ 47 ਦੇ ਦ੍ਰਿਸ਼ ਦਾ ਵਰਣਨ ਕਰਦੇ ਹਨ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਆਤਮਾ ਅਤੇ ਲਾੜੀ ਆਖਦੀ ਹੈ, ਆਓ ਅਸੀਂ ਪਵਿੱਤਰ ਅਸਥਾਨ ਬਾਰੇ ਵਿਚਾਰ ਕਰਦੇ ਹੋਏ ਇਸ ਵਚਨ ਨੂੰ ਪੜ੍ਹੀਏ। ਪਵਿੱਤਰ ਅਸਥਾਨ ਅਤੇ ਅਤਿ ਪਵਿੱਤਰ ਸਥਾਨ ਆਖਦੇ ਹਨ। ਉਹ ਕੀ ਕਹਿੰਦੇ ਹਨ? ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ। ਜਿੱਥੇ ਕਿਤੇ ਵੀ ਜੀਵਨ ਦਾ ਪਾਣੀ ਵਗਦਾ ਹੈ ਉੱਥੇ ਕੀ ਹੁੰਦਾ ਹੈ? ਸਭ ਕੁਝ ਜਿਉਂਦਾ ਹੋ ਜਾਂਦਾ ਹੈ। ਡੇਰਿਆਂ ਦੇ ਪਰਬ ਦੇ ਆਖਰੀ ਦਿਨ ਤੇ ਪਰਮੇਸ਼ਵਰ ਨੇ ਯੂਹੰਨਾ ਅਧਿਆਇ 7 ਵਚਨ 37 ਵਿੱਚ ਕੀ ਕਿਹਾ? ਪਿਤਾ ਜੀ ਨੇ ਉੱਚੀ ਉੱਚੀ ਕਿਹਾ, ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਕੌਣ ਇਕੱਠੇ ਪ੍ਰਗਟ ਹੋਏ? ਆਤਮਾ ਅਤੇ ਲਾੜੀ ਜੋ ਪਵਿੱਤਰ ਅਸਥਾਨ ਅਤੇ ਅਤਿ ਪਵਿੱਤਰ ਅਸਥਾਨ ਹਨ, ਕਹਿੰਦੇ ਹਨ, ਜੋ ਕੋਈ ਪਿਆਸਾ ਹੈ ਆਓ ਅਤੇ ਜੀਵਨ ਦਾ ਪਾਣੀ ਪ੍ਰਾਪਤ ਕਰੋ ਤਾਂ ਜੋ ਤੁਸੀਂ ਜੀ ਸਕੋ।
ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। ਜੇ ਕੋਈ ਇਹਨਾਂ ਵਿੱਚ ਕੁਝ ਵਧਾਵੇ ਤਾਂ ਉਪਮਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਸ ਉੱਤੇ ਵਧਾਵੇਗਾ, ਅਤੇ ਜੋ ਕੋਈ ਇਸ ਅਗਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਹਦਾ ਹਿੱਸਾ ਘਟਾਵੇਗਾ। ਕੁਝ ਵੀ ਜੋੜੇ ਜਾਂ ਘਟਾਏ ਬਿਨਾਂ ਸਾਨੂੰ ਇਸ ਡੇਰਿਆਂ ਦੇ ਪਰਬ ਦਾ ਅਰਥ ਅਤੇ ਉਸ ਕਾਰਨ ਨੂੰ ਸਹੀ ਢੰਗ ਨਾਲ ਸਮਝਣਾ ਚਾਹੀਦਾ ਹੈ ਕਿ ਕਿਉਂ ਪਰਮੇਸ਼ਵਰ ਨੇ ਮੂਸਾ ਨੂੰ ਡੇਰਿਆਂ ਦੇ ਪਰਬ ਤੇ ਸਵਰਗੀ ਅਸਥਾਨ ਦੀ ਇੱਕ ਕਾਪੀ ਬਣਾਉਣ ਦਾ ਹੁਕਮ ਦਿੱਤਾ ਸੀ। 하늘 성소를 그대로 보여주시고 모형을 이 지상에 만들라고 이렇게 하셨을까? 또 그 일을 위해서 모든 ਇਸ ਦੇ ਲਈ ਇਸਰਾਏਲੀਆਂ ਨੇ ਡੇਰਿਆਂ ਲਈ ਸਮੱਗਰੀ ਇਕੱਠੀ ਕੀਤੀ। 재료들을 전부 힘써 또 모았습니다. ਪਰਮੇਸ਼ਵਰ ਨੇ ਸਾਨੂੰ ਸਿਖਾਇਆ ਕਿ ਇਸ ਯੁੱਗ ਵਿੱਚ ਸਾਡੇ ਗੁਆਚੇ ਹੋਏ ਭਰਾਵਾਂ ਅਤੇ ਭੈਣਾਂ ਹੇਕਲ ਲਈ ਸਮੱਗਰੀਆਂ ਹਨ। 그 역할을 다 한다고 이렇게 말씀을 주셨기 때문에 ਇਸ ਲਈ ਸਾਨੂੰ ਹਰੇਕ ਆਤਮਾ ਨੂੰ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਜੀਵਨ ਦਾ ਪਾਣੀ ਪ੍ਰਾਪਤ ਕਰ ਸਕਣ ਅਤੇ ਬਚਾਏ ਜਾ ਸਕਣ। 말씀을 그대로 또 전해서 인류를 구원해 내시고 ਸਾਨੂੰ ਸਾਰੀ ਮਨੁੱਖ ਜਾਤੀ ਨੂੰ ਬਚਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਜਦੋਂ ਅਸੀਂ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਦੇ ਵਚਨਾਂ ਨੂੰ ਸਵੀਕਾਰ ਕਰਦੇ ਹਾਂ, ਉਹਨਾਂ ਉੱਤੇ ਵਿਸ਼ਵਾਸ ਕਰਦੇ ਹਾਂ, ਉਹਨਾਂ ਨੂੰ ਸਮਝਦੇ ਹਾਂ ਅਤੇ ਅਮਲ ਵਿੱਚ ਲਿਆਉਂਦੇ ਹਾਂ, ਤਾਂ ਮਨੁੱਖ ਜਾਤੀ ਦੀ ਮੁਕਤੀ ਪੂਰੀ ਹੋ ਜਾਵੇਗੀ। 구원이라는 것이 완성되어진다는 사실을 오늘 이 초막절 ਆਓ ਅਸੀਂ ਡੇਰਿਆਂ ਦੇ ਪਰਬ ਤੇ ਬੋਲੇ ਗਏ ਵਚਨਾਂ ਤੰਬੂ ਦਾ ਨਿਰਮਾਣ ਕਰੋ ਦੇ ਅਰਥਾਂ ਨੂੰ ਸਮਝਾਏ, ਤਾਂ ਜੋ ਅਸੀਂ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਤੇ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰ ਸਕੀਏ। 굳건히 할 수 있는 우리 모든 시온의 형제 자매들이 다 되시기를 부탁드리겠습니다. ਜੇਕਰ ਅਸੀਂ ਲਗਨ ਨਾਲ ਪਿਤਾ ਅਤੇ ਮਾਤਾ ਦਾ ਪ੍ਰਚਾਰ ਕਰਦੇ ਹਾਂ ਤਾਂ ਹਨੇਰਾ ਦੂਰ ਹੋ ਜਾਵੇਗਾ। 물러가도록 되어 있습니다. ਕੀ ਯੂਹੰਨਾ ਅਧਿਆਇ 1 ਵਿੱਚ ਇਹ ਨਹੀਂ ਕਿਹਾ ਗਿਆ ਕਿ ਪਰਮੇਸ਼ਵਰ ਚਾਨਣ ਹਨ? 라고 하지 않았습니까? ਜਿੱਥੇ ਕਦੇ ਰੋਸ਼ਨੀ ਹੁੰਦੀ ਹੈ ਉੱਥੇ ਹਨੇਰਾ ਦੂਰ ਹੋ ਜਾਂਦਾ ਹੈ। 사라집니다. ਇਸ ਲਈ ਆਓ ਅਸੀਂ ਲਗਨ ਨਾਲ ਪ੍ਰਚਾਰ ਕਰੀਏ। 이 흑암한 ਸਾਡੇ 세상에 ਪਵਿੱਤਰ ਐਲੋਹੀਮ ਪਰਮੇਸ਼ਵਰ ਇਸ ਹਨੇਰੇ ਸੰਸਾਰ ਵਿੱਚ ਚਾਨਣ ਦੇ ਰੂਪ ਵਿੱਚ ਆਏ। 결국은 아버지 ਆਖਰਕਾਰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਪ੍ਰਗਟ ਕਰਨ ਦੀ ਪਰਮੇਸ਼ਵਰ ਦੀ ਇੱਛਾ ਪਵਿੱਤਰ ਅਸਥਾਨ ਦੇ ਅੰਦਰ ਲੁਕੀ ਹੋਈ ਸੀ। 하나님께서 있다는 것도 ਇਹ ਆਸ ਕਰਦੇ ਹੋਏ ਕਿ ਸਾਡੇ ਸੀਯੋਨ ਦੇ ਮੈਂਬਰ ਪਿਤਾ ਅਤੇ ਮਾਤਾ ਉੱਤੇ ਪੱਕਾ ਵਿਸ਼ਵਾਸ ਕਰਨਗੇ ਅਤੇ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਗੇ, ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।